श्लोक महला पहला। गौ ब्राह्मण को कर लाओ, गोबर तरन न जाई। धोती टिका ते जपमाली, धान मलेच्छा खाई। अंतर पूजा पड़े कतेबा, संजम तुरका भाई। छोड़ी ले पाखंडा, नाम लइए जाहे तरंदा। मल्ला पहला। मानस खाने करे निवाज, छुरी वगायन तिन गल ताग। तिन घर ब्राह्मण पूरे नाद, उना भे आवे ओई साध। कूड़ी रास कूड़ा वापार, कूड़ बोल करे आहार। सरम धर्म का डेरा दूर, नानक कूड़ रया भरपूर। मत्थे टिक्का तेड़ धोती कखाई, हाथ छुरी जगत कसाई। नील वस्त्र पैर होवे परवान, मलेच्छ धान ले पूजे पुराण। अभाख्या का कुट्ठा बकरा खाना, चौके ऊपर किसे न जाना। देके चौका कड्डी कार, ऊपर आए बैठे कुड़ियार। मत फिटे वे मत फिटे, एवन असाडा फिटे। तन फिटे फेड़ करेन, मन झूठे चुली भरेन। कहो नानके सच ध्याइए, सुच होवे तां सच पाइए। गुरु नानक देव जी महाराज उस परम शक्ति नूं सच कहंदे ने। वैसे ते जगत दे तमाम रहबरी पुरुषां ने उस परम अगम्मी शक्ति नूं सत्य करके आख्या है, सच करके आख्या है, हकीकत करके आख्या। उसकी प्राप्ति किवें होवेगी, उसकी प्राप्ति का साधन की है? तो इन्हां दो श्लोकां दे जो 16वीं पौड़ी दे नाल संबंधित ने, मूल पंक्ति यह है, कहो नानक सच ध्याइए, सुच होवे तां सच पाइए। सुच तां ही हो सकती है जे सच की प्राप्ति हो। जे सच मिलिया ही नहीं तो फिर सुच है ही नहीं। सच दे नाल ही सुच आउंदी है, सच दे नाल ही पवित्रता आउंदी है। साच बिना कह सूचा होई, सच तो बिना किवें कोई सुच्चा हो सकता है। भाव जैसे सूर्य ते रोशनी प्रकाश कट्ठे ही रहंदे ने, सच ते सुच कट्ठे ही रहंदे ने। जिवें प्रकाश सूर्य दे चों उदय हुंदा है, हू बहु सच तो ही सुच प्रगट होंदी है, सच तो ही पवित्रता प्रगट होंदी है। इस तो इलावा जिहड़े कर्म कीते जांदे ने, उस दे नाल मनुख सुच्चा नहीं हो सकता। साहिब श्री गुरु नानक देव जी महाराज के सामने एक कौतक एक वाकया होया। दरिया दे पत्तन ते एक ब्राह्मण अपनी गऊ नूं लैके पार होना चाहता है, लेकिन पत्तन ते बैठा एक मीर मुंशी जो खत्री सी, उन्हें आख्या टैक्स देना पेगा, कर देना पेगा। ब्राह्मण दे कोलों कर वसूल कर लिया।
ਗਊ ਦੇ ਕੋਲੋਂ ਕਰ ਵਸੂਲ ਕਰ ਲਿਆ, ਗਊ ਤੇ ਵੀ ਬਕਾਇਦਾ ਕਰ ਲਾਇਆ ਜੋ ਬ੍ਰਾਹਮਣ ਨੂੰ ਦੇਣਾ ਪਿਆ। ਪਾਰ ਹੋ ਕੇ ਬ੍ਰਾਹਮਣ ਨੇ ਆਪਣਾ ਭੋਜਨ ਬਣਾਇਆ, ਗਊ ਨੇ ਗੋਬਰ ਕੀਤਾ, ਖੱਤਰੀ ਉਹ ਗੋਬਰ ਚੁੱਕ ਲਿਆਇਆ ਤੇ ਆਪਣਾ ਚੌਕਾ ਲਿੰਬ ਕੇ ਉਹਨੂੰ ਪਵਿੱਤਰ ਕਰਨ ਲੱਗਾ। ਇਹ ਸਭ ਕੌਤਕ ਚੂੰਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਹੋਇਆ, ਇਸ ਵਾਸਤੇ ਆਪ ਕਹਿੰਦੇ ਨੇ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਏ। ਬ੍ਰਾਹਮਣ ਤੇ ਕਰ ਲਾਉਣਾ ਹੈ, ਗਊ ਤੇ ਤੂੰ ਕਰ ਲਾਉਣਾ ਹੈ, ਤੇ ਉਹਦੇ ਗੋਬਰ ਦੇ ਨਾਲ ਤੂੰ ਆਖੇ ਸੁੱਚ ਹੋ ਜਾਏਗੀ, ਪਵਿੱਤਰਤਾ ਹੋ ਜਾਏਗੀ, ਔਰ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂਗਾ। ਸਾਹਿਬ ਕਹਿੰਦੇ ਨੇ ਇਹ ਤੇਰਾ ਮਿੱਥਿਆ ਭਰੋਸਾ ਹੈ। ਇਸ ਭਰੋਸੇ ਰਹਿਣਾ, ਆਪਣਾ ਜੀਵਨ ਅਕਾਰਤ ਕਰਨਾ ਹੈ। ਭੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਛਾਂ ਖਾਈ। ਇਸ ਮੂਰ ਮੁਨਸ਼ੀ ਦੀ ਹੋਰ ਰੂਪ ਰੇਖਾ ਸਤਿਗੁਰੂ ਇੰਜ ਬਿਆਨ ਕਰਦੇ ਨੇ, ਧੋਤੀ ਪਹਿਨੀ ਹੋਈ ਹੈ, ਮਸਤਕ ਤੇ ਤੇਲ ਲਕਲਾਇਆ ਹੋਇਆ ਹੈ, ਹੱਥ ਦੇ ਵਿੱਚ ਜਪਮਾਲੀ ਵੀ ਹੈ, ਮਾਲਾ ਵੀ ਹੈ ਛੋਟੀ, ਲੇਕਿਨ ਮਲੇਛਾਂ ਦਾ ਗੁਲਾਮ ਹੈ। ਰੋਜ਼ ਹੀ ਉਹਨਾਂ ਦੇ ਆਸਰੇ ਤੇ ਚਲਾਉਂਦਾ ਹੈ, ਜਿਨ੍ਹਾਂ ਨੂੰ ਮਲੇਛ ਕਹਿੰਦਾ ਹੈ, ਰੋਜ਼ੀ ਵੀ ਉਹਨਾਂ ਕੋਲ ਹੈ ਇਸਦੀ, ਔਰ ਉਹਨਾਂ ਤੋਂ ਹੀ ਰਿਜ਼ਕ ਪ੍ਰਾਪਤ ਕਰਦਾ ਹੈ। ਅੰਤਰ ਪੂਜਾ ਪਰੇ ਕਤੇਬਾਂ ਸੰਜਮ ਤੁਰਕਾਂ ਭਾਈ। ਅੰਦਰ ਬੈਠ ਕੇ ਛੁਪ ਕੇ ਤੇ ਪੂਜਾ ਪਾਠ ਕਰਦਾ ਹੈ, ਲੇਕਿਨ ਬਾਹਰ ਆ ਕੇ ਇਸਲਾਮੀ ਕਰਮ ਕਰਦਾ ਹੈ, ਦਿਖਾਉਣ ਵਾਸਤੇ ਤਾਂ ਕਿ ਹਾਕਮ ਖੁਸ਼ ਹੋਵਨ, ਹੁਕਮਰਾਨ ਪ੍ਰਸੰਨ ਹੋਵਨ। ਤੁਰਕਾਂ ਵਾਲਾ ਸੰਜਮ ਰੱਖਦਾ ਹੈ, ਉਹਨਾਂ ਦੀ ਮਰਿਆਦਾ ਦੀ ਪਾਲਣਾ ਕਰਦਾ ਹੈ, ਕਤੇਬ ਇਤਿਆਦਕ ਪੜ੍ਹਦਾ ਹੈ, ਲੇਕਿਨ ਅੰਦਰ ਮੂਰਤੀ ਪੂਜਨ ਕਰਦਾ ਹੈ। ਅੰਤਰ ਵਾਸਤਵਿਕ ਉਹੀ ਕਰਮ ਕਰਦਾ ਹੈ ਜੋ ਵੈਦਿਕ ਰੀਤੀ ਦੇ ਮੁਤਾਬਕ ਹੋਣੇ ਚਾਹੀਦੇ ਨੇ, ਲੇਕਿਨ ਬਾਹਰ ਨਹੀਂ, ਬਾਹਰੋਂ ਡਰਦਾ ਹੈ। ਇੱਕ ਦੌਰ ਐਸਾ ਲੰਘਿਆ ਕਿ ਭਾਰਤ ਡਰ ਗਿਆ ਸੀ, ਉਹਨੂੰ ਪੂਜਾ ਪਾਠ ਕਰਨ ਲੱਗਿਆਂ ਵੀ ਉਹ ਖਿਆਈ ਹੋਈ, ਔਰ ਇਤਨਾ ਭੈਭੀਤ ਹੋਇਆ ਕਿ ਛੁਪ ਕੇ ਲੁਕ ਕੇ ਇਹ ਪੂਜਾ ਪਾਠ ਕਰਦਾ ਸੀ, ਸਾਹਮਣੇ ਨਹੀਂ ਕਰਦਾ ਸੀ। ਤੋ ਅੰਦਰ ਤੇ ਪੂਜਾ ਪਾਠ ਕਰਦਾ ਹੈ, ਬਾਹਰ ਦੂਸਰੇ ਧਰਮਾਂ ਦੀ ਰੂਪ ਰੇਖਾ ਤੇ ਚੱਲਦਾ ਹੈ। ਮਹਾਰਾਜ ਕਹਿੰਦੇ ਨੇ ਇਹ ਤੇ ਪਖੰਡ ਹੈ, ਦਿਖਾਂਦਾ ਕੁਛ ਹੋਰ ਹੈ, ਕਰਦਾ ਤੂੰ ਕੁਛ ਹੋਰ ਹੈ। ਅੰਦਰ ਤੇਰੀ ਭਾਵਨਾ ਕੁਛ ਹੋਰ ਹੈ, ਬਾਹਰ ਪ੍ਰਗਟ ਤੂੰ ਕੁਝ ਹੋਰ ਕਰਦਾ ਹੈ। ਪਖੰਡ ਉਸ ਨੂੰ ਕਹਿੰਦੇ ਨੇ ਕਿ ਕਰੇ ਕੁਛ ਮਨੁੱਖ ਤੇ ਹੋਵੇ ਕੁਛ। ਇਸ ਵਾਸਤੇ ਸਾਹਿਬ ਕਹਿੰਦੇ ਨੇ ਛੋਡੀ ਲੈ ਪਾਖੰਡਾ, ਛੋੜ ਇਸ ਪਖੰਡ ਨੂੰ, ਨਾਮ ਲਈਏ ਜਾਹੇ ਤਰੰਦਾ। ਪਰਮਾਤਮਾ ਦਾ ਨਾਮ ਜਪ ਤਾਂ ਹੀ ਤਰ ਸਕੇਗਾ, ਭਵ ਸਾਗਰ ਤੋਂ ਇਹ ਗੋਬਰ ਤਰਨ ਨਾ ਜਾਈ। ਗੋਏ ਦੇ ਆਸਰੇ ਤੇ ਗੋਬਰ ਨੂੰ ਲਿਪ ਕੇ ਨਾ ਤੂੰ ਪਵਿੱਤਰ ਹੋ ਸਕਦਾ ਹੈ, ਤੇ ਪਵਿੱਤਰ ਹੋਏ ਬਿਨਾ ਨਾ ਕੋਈ ਤਰ ਸਕਦਾ ਹੈ। ਤੇ ਪਵਿੱਤਰ ਹੁੰਦਾ ਹੈ ਮਨੁੱਖ ਸੱਚ ਨਾਲ, ਔਰ ਸੱਚ ਕਰਕੇ ਹੀ ਮਨੁੱਖ ਭਵ ਸਾਗਰ ਤੋਂ ਪਾਰ ਹੁੰਦਾ ਹੈ। ਅਗਾਂਹ ਚੱਲ ਕੇ ਜੋ ਜੀਵਨ ਰੀਤੀ ਹੈ, ਜਿਸ ਢੰਗ ਨਾਲ ਜੀਵਨ ਜੀਵਿਆ ਜਾ ਰਿਹਾ ਸੀ, ਮਹਾਰਾਜ ਉਸ ਦਾ ਵੀ ਜ਼ਿਕਰ ਕਰਦੇ ਨੇ। ਮਹੱਲਾ ਪਹਿਲਾ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲਤਾਗ। ਦੋ ਵੱਡੇ ਧਰਮ ਸਨ ਇਸ ਦੇਸ਼ ਵਿੱਚ, ਹਿੰਦੂ ਤੇ ਮੁਸਲਿਮ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਗਲ ਦੇ ਵਿੱਚ ਜਨੇਊ ਹੈ, ਉਹਨਾਂ ਦਾ ਕੰਮ ਹੋ ਗਿਆ ਛੁਰੀ ਚਲਾਣਾ, ਭਾਵ ਜ਼ਬਰ ਕਰਨਾ, ਜ਼ੁਲਮ ਕਰਨਾ, ਪਰਾਇਆ ਹੱਕ ਖਾਣਾ। ਤੇ ਮਾਨਸ ਖਾਣੇ ਕਰੇ ਨਿਵਾਜ, ਜੋ ਨਮਾਜ਼ ਪੜ੍ਹਦੇ ਨੇ, ਇਹਨਾਂ ਦਾ ਵੀ ਕਰਮ ਇਹੀ ਬਣ ਗਿਆ ਮਨੁੱਖਾਂ ਨੂੰ ਖਾਣਾ, ਮਨੁੱਖ ਦੀ ਰਤ ਪੀਣੀ, ਬੰਦੇ ਦਾ ਲਹੂ ਪੀਣਾ। ਭਾਵ ਦੋਹਾਂ ਪਾਸਿਆਂ ਤੋਂ ਜ਼ਬਰ ਹੈ, ਜਦ ਕਿ ਧਾਰਮਿਕ ਮਨੁੱਖ ਕਤਈ ਜ਼ਬਰ ਨਹੀਂ ਕਰਦਾ। ਅਗਰ ਧਾਰਮਿਕ ਮਨੁੱਖ ਵੀ ਜ਼ਬਰ ਕਰੇ ਤਾਂ ਫਿਰ ਜਗਤ ਦੇ ਵਿੱਚ ਕੁਝ ਬਚਦਾ ਹੀ ਨਹੀਂ, ਜਿਹਦੇ ਵਿੱਚ ਕੁਝ ਮਨੁੱਖ ਮਹਿਕ ਲੈ ਸਕੇ ਤੇ ਆਨੰਦ ਲੈ ਸਕੇ।
ਧਾਰਮਿਕ ਮਨੁੱਖ ਹੀ ਤੇ ਮਨੁੱਖੀ ਗੁਲਿਸਤਾਨ ਦੀ ਰੌਣਕ ਹੈ। ਤੋ ਸਾਹਿਬ ਕਹਿੰਦੇ ਨੇ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ। ਜਿਹੜੇ ਨਮਾਜ਼ ਪੜ੍ਹਦੇ ਨੇ ਉਹ ਮਨੁੱਖਾਂ ਦੀ ਰਤ ਪੀਂਦੇ ਨੇ, ਪਰ ਜਿਨ੍ਹਾਂ ਨੇ ਜਨੇਊ ਧਾਰਨ ਕੀਤਾ ਹੈ ਉਹ ਵੀ ਛੁਰੀ ਮਾਰਨ ਤੋਂ ਬਾਜ਼ ਨਹੀਂ ਆਉਂਦੇ। ਤਿੰਨ ਘਰ ਬ੍ਰਾਹਮਣ ਪੂਰੇ ਨਾਲ। ਐਸੇ ਜੋ ਛੁਰੀ ਵਗਾ ਕੇ ਆਪਣਾ ਸਵਾਰਥ ਸਿੱਧ ਕਰਦੇ ਨੇ ਉਹਨਾਂ ਦੇ ਘਰ ਜਾ ਕੇ ਬ੍ਰਾਹਮਣ ਸੰਖ ਪੂਰਦਾ ਹੈ, ਕਿਉਂਕਿ ਉਹ ਇਹਨਾਂ ਦੇ ਜਜਮਾਨ ਨੇ ਤੇ ਜਜਮਾਨ ਦੇ ਘਰ ਜਾਣਾ, ਨਾਦ ਪੂਰਨਾ, ਸੰਖ ਪੂਰਨਾ, ਉਹਨਾਂ ਨੂੰ ਉਪਦੇਸ਼ ਦੇਣਾ ਬ੍ਰਾਹਮਣ ਦੀ ਰੋ ਰੀਤੀ। ਇਸ ਵਾਸਤੇ ਸਾਹਿਬ ਕਹਿੰਦੇ ਨੇ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਬੇ ਆਵੇ ਓਈ ਸਾਧ। ਜਿਹੋ ਜਿਹਾਂ ਦਾ ਸਵਾਦ ਖੱਤਰੀਆਂ ਨੂੰ ਲੱਗਿਆ ਕਿ ਛੁਰੀ ਵਗਾਇਨ ਤਿੰਨ ਗਲ ਤਾਗ, ਇਸ ਤਰ੍ਹਾਂ ਦੇ ਪੁਰਸ਼ਾਂ ਦਾ ਧਾਨ ਲੈ ਕੇ ਆਖਰ ਬ੍ਰਾਹਮਣ ਨੂੰ ਵੀ ਉਹੋ ਜਿਹਾਂ ਦਾ ਹੀ ਸਵਾਦ ਆਣਾ ਹੈ। ਆਮ ਸਾਡੇ ਦੇਸ਼ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਜੈਸਾ ਅੰਨ ਤੈਸਾ ਮਨ, ਜੈਸਾ ਪਾਣੀ ਵੈਸੀ ਬਾਣੀ। ਮਨੁੱਖ ਦੇ ਬੋਲ ਚਾਲ ਉੱਤੇ ਬਹੁਤ ਸਾਰਾ ਪਾਣੀ ਦਾ ਪ੍ਰਭਾਵ, ਮਨੁੱਖ ਦੇ ਮਨ ਦੇ ਉੱਤੇ ਅੰਨ ਦਾ ਪ੍ਰਭਾਵ। ਇਹ ਆਮ ਸਾਡੇ ਦੇਸ਼ ਦੇ ਵਿੱਚ ਕਹਾਵਤ ਹੈ। ਕਿਸ ਢੰਗ ਨਾਲ ਰਿਜ਼ਕ ਆਇਆ, ਰੋਜ਼ੀ ਆਈ ਹੈ, ਬਸ ਉਸ ਦਾ ਮਨ ਦੇ ਉੱਤੇ ਅਸਰ ਪੈਣਾ ਬੜਾ ਲਾਜ਼ਮੀ ਹੈ। ਰਿਜ਼ਕ ਆਇਆ ਜ਼ੋਰ ਜ਼ਬਰ ਨਾਲ, ਰਿਜ਼ਕ ਆਇਆ ਅਨਰਥ ਭਰੇ ਥਾਂ ਤੋਂ, ਰਿਜ਼ਕ ਆਇਆ ਵਾਸਤਵਿਕ ਜੋ ਮੁਰਦਾਰ ਹੈ, ਆਪਣਾ ਹੱਕ ਹੀ ਨਹੀਂ, ਤਾਂ ਉਸ ਦੇ ਨਾਲ ਮਨ ਦੀ ਬਣਤਰ ਤੇ ਵੈਸੇ ਬਣੇਗੀ, ਕਿਉਂਕਿ ਰਿਜ਼ਕ ਨਾਲ, ਰੋਜ਼ੀ ਨਾਲ ਹੀ ਖੂਨ ਬਣੇਗਾ ਤੇ ਖੂਨ ਹੀ ਸਰੀਰ ਦੇ ਚਲੇਗਾ, ਜੀਵਨ ਬਣੇਗਾ, ਮਾਨਸਿਕ ਸ਼ਕਤੀ ਬਣੇਗਾ। ਇਸ ਵਾਸਤੇ ਆਮ ਕਹਾਵਤ ਪ੍ਰਚਲਿਤ ਹੋ ਗਈ, ਜੈਸਾ ਅੰਨ ਤੈਸਾ ਮਨ। ਅੰਨ ਸ਼ੁੱਧ ਨਹੀਂ ਤਾਂ ਮਨ ਦਾ ਸ਼ੁੱਧ ਹੋਣਾ ਬੜਾ ਔਖਾ। ਸਾਹਿਬ ਕਹਿੰਦੇ ਨੇ ਛੁਰੀ ਵਗਾ ਕੇ ਜੋ ਆਪਣਾ ਸਵਾਰਥ ਸਾਧਦੇ ਨੇ ਉਹਨਾਂ ਦੇ ਘਰ ਬ੍ਰਾਹਮਣ ਜਾ ਕੇ ਸੰਖ ਪੂਰਦਾ ਹੈ, ਉਹਨਾਂ ਤੋਂ ਧਾਨ ਲੈਂਦਾ ਹੈ, ਆਪਣੀ ਉਪਜੀਵਕਾ ਚਲਾਉਂਦਾ ਹੈ। ਇਸ ਵਾਸਤੇ ਬ੍ਰਾਹਮਣ ਨੂੰ ਵੀ ਉਹੀ ਰਸ ਆ ਜਾਂਦਾ, ਉਹੀ ਸਵਾਦ ਆਉਂਦਾ ਹੈ ਜਿਹੜਾ ਛੁਰੀ ਜੋ ਹੈ ਵਗਾਉਣ ਵਾਲਿਆਂ ਨੂੰ ਆਉਂਦਾ ਹੈ। ਉਹਨਾਂ ਦੇ ਆਵੇ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ। ਮਹਾਰਾਜ ਕਹਿੰਦੇ ਮੈਨੂੰ ਤਾਂ ਐਸਾ ਦਿਖਾਈ ਦੇ ਰਿਹਾ ਹੈ ਸਾਰੀ ਮੂੜੀ ਹੀ ਕੂੜ ਦੀ ਹੈ। ਇਹ ਧਰਮ ਦਾ ਸਾਰਾ ਵਪਾਰ ਹੀ ਕੂੜ ਤੇ ਖੜਾ ਹੈ, ਜਦ ਕਿ ਧਰਮ ਸੱਚ ਹੈ, ਪਰਮਾਤਮਾ ਸੱਚ ਹੈ। ਤੇ ਜਦ ਇਤਨਾ ਕੂੜ ਹੈ ਤੇ ਉਹਨੂੰ ਧਰਮ ਕਹਿਣਾ ਵੀ ਅਨਿਆਏ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਸਾਰੀ ਮੂੜੀ ਕੂੜ ਦੀ ਹੈ, ਸਾਰਾ ਧੰਦਾ ਵਪਾਰ ਕੂੜਾ ਹੈ। ਔਰ ਕੂੜ ਬੋਲ ਕਰੇ ਆਹਾਰ, ਆਪਣਾ ਰਿਜ਼ਕ ਚਲਾਉਂਦਾ ਹੈ, ਆਪਣੇ ਆਹਾਰ ਦੀ ਪੂਰਤੀ ਕਰਦਾ ਹੈ ਕੂੜ ਬੋਲ ਬੋਲ ਕੇ, ਝੂਠ ਬੋਲ ਬੋਲ ਕੇ। रोजी मिल रही है अगर झूठ बोल के, तो इस रिजक ने अंतिशकरण दे झूठ नूं वधाना है। लफ्ज़ फिर दोहरा दईए, जैसा अन्न तैसा मन। अगर रोजी झूठ ते खड़ी है, कूड़ ते खड़ी है, धोखे ते खड़ी है, फरेब ते खड़ी है, तो उस रिजक करके मन की हालत वैसी ही बन जाएगी। तो साहब कहते ने कूड़ बोल करे आहार, शर्म धर्म का डेरा दूर, नानक कूड़ रहा भरपूर। पातशाह कहते ने धर्म ते शर्म ਇਹਦਾ ਤੇ ਡੇਰਾ, ਇਹਦਾ ਤੇ ਅਸਥਾਨ ਮਾਨੋ ਮਨੁੱਖੀ ਜ਼ਿੰਦਗੀ ਤੋਂ ਬਹੁਤ ਦੂਰ ਹੈ, ਬਹੁਤ ਦੂਰ ਹੈ। ਧਰਮ ਦੀ ਕੋਈ ਨੇੜਤਾ ਨਹੀਂ, ਸ਼ਰਮ ਦੀ ਕੋਈ ਨੇੜਤਾ ਨਹੀਂ। ਅਗਰ ਨੇੜਤਾ ਹੈ ਤਾਂ ਕੂੜ ਦੀ, ਕੂੜ ਦੇ ਆਸਰੇ ਤੇ ਆਪਣਾ ਰਿਜ਼ਕ ਚੱਲ ਰਿਹਾ ਹੈ, ਰੋਜ਼ੀ ਚੱਲ ਰਹੀ ਹੈ। ਕੂੜ ਦੇ ਆਸਰੇ ਤੇ ਧਾਰਮਿਕ ਕਰਮ ਚੱਲ ਰਹੇ ਨੇ, ਕੂੜ ਦੇ ਆਸਰੇ ਤੇ ਸਾਰਾ ਵਿਵਹਾਰ ਚੱਲ ਰਿਹਾ ਹੈ, ਸਾਰੀ ਜ਼ਿੰਦਗੀ ਜੋ ਹੈ ਚੱਲ ਰਹੀ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮੈਂ ਤੇ ਇੰਜ ਦੇਖਦਾ ਪਿਆ, ਨਾਨਕ ਕੂੜ ਰਿਹਾ ਭਰਪੂਰ। ਜੀਵਨ ਦੇ ਹਰ ਪੱਖ ਦੇ ਵਿੱਚ ਝੂਠ ਭਰਪੂਰ ਹੈ ਤੇ ਜੀਵਨ ਦੇ ਆਖਰ ਬੁਨਿਆਦੀ ਪੱਖ ਤੇ ਇਹ ਹੀ ਨੇ, ਵਿਵਹਾਰਕ,
ਆਰਥਿਕ, ਸਮਾਜਿਕ ਤੇ ਰਾਜਨੀਤਿਕ। ਸਾਹਿਬ ਕਹਿੰਦੇ ਜੀਵਨ ਦੇ ਹਰ ਪੱਖ ਦੇ ਵਿੱਚ ਕੂੜ ਭਰਪੂਰ ਹੈ, ਕੂੜ ਵਿਆਪਕ ਹੈ। ਕੂੜ ਦੇ ਆਸਰੇ ਤੇ ਰਿਜ਼ਕ ਚੱਲ ਰਿਹਾ ਹੈ, ਕੂੜ ਦੇ ਆਸਰੇ ਤੇ ਧਾਰਮਿਕ ਕਰਮ ਖੜੇ ਨੇ, ਔਰ ਕੂੜ ਤੇ ਆਸਰੇ ਤੇ ਸਤਾ ਖੜੀ ਹੈ। ਮੱਥੇ ਟਿੱਕਾ ਤੇੜ ਧੋਤੀ ਕਖਾਈ। ਉਂਝ ਧਾਰਮਿਕ ਚਿੰਨ੍ਹ ਸਾਰੇ ਧਾਰਨ ਕੀਤੇ ਹੋਏ ਨੇ। ਮੱਥੇ ਤੇ ਤਿਲਕ ਹੈ, ਤੇੜ ਧੋਤੀ ਪਹਿਨੀ ਹੋਈ ਹੈ, ਕਖਾਈ ਕੱਖਾਂ ਦੀ ਮਾਲਾ ਗਲ ਦੇ ਜੋ ਹੈ ਪਹਿਨੀ ਹੋਈ ਹੈ, ਪਰ ਹੱਥ ਛੁਰੀ ਜਗਤ ਕਸਾਈ। ਹੱਥ ਦੇ ਤੇ ਛੁਰਾ ਹੈ, ਔਰ ਕਿਸੇ ਬੱਕਰੀ ਦਾ ਇਹ ਕਸਾਈ ਨਹੀਂ, ਬੱਕਰੀ ਨੂੰ ਨਹੀਂ ਕੋਂਦਾ। ਕਿਸੇ ਗਊ ਦਾ ਜ਼ਬਾ ਕਰਨ ਵਾਸਤੇ ਇਹ ਕਸਾਈ ਨਹੀਂ ਬਣਿਆ। ਇਹ ਕਿਸੇ ਮੁਰਗੇ ਨੂੰ ਨਹੀਂ ਕੱਟਣਾ ਚਾਹੁੰਦਾ। ਜਗਤ ਕਸਾਈ ਹੈ ਤੇ ਜਗਤ ਕਸਾਈ ਹੈ, ਜਗਤ ਨੂੰ ਹੀ ਵੱਢਣਾ ਚਾਹੁੰਦਾ ਹੈ, ਜਗਤ ਨੂੰ ਹੀ ਧੋਖਾ ਦੇਣਾ ਚਾਹੁੰਦਾ ਹੈ, ਜਗਤ ਦਾ ਹੀ ਗਲ ਵੱਢਣਾ ਚਾਹੁੰਦਾ ਹੈ। ਇੰਨਾ ਵੱਡਾ ਕਸਾਈ। ਝੂਠ ਦਾ ਛੁਰਾ ਕੋਲ ਹੈ, ਕੋਈ ਵੀ ਇਸ ਦੀ ਲਪੇਟ ਦੇ ਚਾਵੇ ਇਹ ਗਰਦਨ ਕੱਟਣ ਨੂੰ ਤਿਆਰ ਹੈ। ਭਾਵ ਝੂਠ ਦਾ ਵਿਵਹਾਰ ਇਹ ਸਾਰਿਆਂ ਨਾਲ ਕਰੀ ਜਾਂਦਾ ਹੈ, ਔਰ ਹੱਥ ਦੇ ਵਿੱਚ ਇਸੇ ਝੂਠ ਦੀ ਛੁਰੀ ਨਾਲ ਹਰ ਇੱਕ ਨੂੰ ਜ਼ਬਹ ਕਰੀ ਜਾਂਦਾ ਹੈ, ਹਰ ਇੱਕ ਨੂੰ ਜੋ ਹੈ ਕੋਈ ਜਾਂਦਾ ਹੈ। ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ। ਸਾਹਿਬ ਕਹਿੰਦੇ ਜਿਹੜਾ ਖੱਤਰੀ ਹੈ ਉਸ ਵਕਤ ਦੀ ਰੂਪ ਰੇਖਾ ਕਿ ਰਾਜ ਦਰਬਾਰ ਤੱਕ ਪਹੁੰਚਣਾ ਹੈ ਤਾਂ ਵਸਤਰ ਨੀਲੇ ਪਹਿਨ ਲੈਂਦਾ ਹੈ, ਕਿਉਂਕਿ ਤਾਂ ਹੀ ਪ੍ਰਵਾਨ ਹੁੰਦਾ ਸੀ, ਤਾਂ ਹੀ ਰਾਜ ਸਭਾ ਦੇ ਵਿੱਚ ਜਾਣ ਦਿੱਤਾ ਜਾਂਦਾ ਸੀ, ਔਰ ਮਲੇਛਾਂ ਦਾ ਧਾਨ ਲੈਂਦਾ ਹੈ। ਲੇਕਿਨ ਪੂਜਦਾ ਪੁਰਾਣ ਨੂੰ ਹੈ। ਭਾਵ ਜਿਨ੍ਹਾਂ ਨੂੰ ਇਹ ਮਲੇਛ ਕਹਿੰਦਾ ਹੈ ਧਾਨ ਉਹਨਾਂ ਤੋਂ ਲੈਂਦਾ ਹੈ, ਔਰ ਪੂਜਾ ਪੁਰਾਣ ਦੀ ਕਰਦਾ ਹੈ। ਫਿਰ ਅਭਾਕਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਕਹਿੰਦਾ ਹੈ ਮੇਰੇ ਚੌਕੇ ਦੇ ਵਿੱਚ ਕੋਈ ਵੀ ਨਾ ਆਵੇ, ਕਿਉਂਕਿ ਮੇਰਾ ਚੌਕਾ ਸੁੱਚਾ ਹੈ, ਪਵਿੱਤਰ ਹੈ। ਲੇਕਿਨ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਕੋਇਆ ਹੋਇਆ ਬੱਕਰਾ ਜਿਹਦੇ ਤੇ ਇਸਲਾਮੀ ਸ਼ਰਾ ਦੇ ਮੁਤਾਬਕ ਕਲਮਾ ਪੜ੍ਹ ਕੇ ਕੋਇਆ ਗਿਆ, ਉਹਨੂੰ ਕਹਿੰਦੇ ਨੇ ਕੁੱਠਾ। ਮਹਾਰਾਜ ਕਹਿੰਦੇ ਨੇ ਕਸਾਈ ਕੋਲ ਤੂੰ ਇਹ ਕੋਇਆ ਹੋਇਆ ਬੱਕਰਾ ਲਿਆਇਆ, ਜੋ ਉਸਨੇ ਆਪਣੇ ਢੰਗ ਨਾਲ ਕੋਇਆ ਹੈ, ਆਪਣੀ ਇਸਲਾਮੀ ਤਰਜ਼ੇ ਢੰਗ ਨਾਲ ਉਸ ਨੂੰ ਜ਼ਬਾ ਕੀਤਾ ਹੈ, ਉਹ ਤੂੰ ਲਿਆਇਆ ਹੈ, ਔਰ ਚੌਕੇ ਦੇ ਵਿੱਚ ਉਹਨੂੰ ਚਾੜ ਰਹੇ ਹੈ। ਤੇ ਫਿਰ ਕਹਿੰਦਾ ਮੇਰੇ ਚੌਕੇ 'ਚ ਕੋਈ ਨਾ ਆਵੇ, ਮੇਰਾ ਚੌਕਾ ਸੁੱਚਾ ਹੈ। ਮਹਾਰਾਜ ਕਹਿੰਦੇ ਤੇਰਾ ਚੌਕਾ ਕਿਸ ਤਰ੍ਹਾਂ ਸੁੱਚਾ ਹੋ ਗਿਆ? ਉਹ ਤੇ ਅਪਵਿੱਤਰ ਹੈ। ਦੇਖ ਕੇ ਚੌਕਾ ਕੱਢੀ ਕਾਰ, ਲੀਪਾ ਪੋਚੀ ਕਰਕੇ ਚਾਰੋਂ ਪਾਸੇ ਕਾਰੀਆਂ ਕੱਢ ਦਿੱਤੀਆਂ, ਲਕੀਰਾਂ ਪਾ ਦਿੱਤੀਆਂ ਕਿ ਮੇਰੇ ਚੌਕੇ ਦੇ ਵਿੱਚ ਕੋਈ ਨਾ ਆਵੇ। ਸਾਹਿਬ ਕਹਿੰਦੇ ਨਹੀਂ, ਉੱਪਰ ਆਏ ਬੈਠੇ ਕੁੜਿਆਰ, ਇਹ ਜੋ ਚੌਕੇ ਦੇ ਵਿੱਚ ਬੈਠੇ ਨੇ ਇਹ ਕੂੜੇ ਨੇ, ਝੂਠੇ ਨੇ। ਤੇ ਜੇ ਕੂੜ ਚੌਕੇ ਦੇ ਵਿੱਚ ਬੈਠਾ ਹੈ ਤਾਂ ਚੌਕਾ ਸੁੱਚਾ ਨਹੀਂ ਹੈ, ਚੌਕਾ ਅਪਵਿੱਤਰ ਹੈ। ਮਤ ਭੇਟੇ ਵੇ ਮਤ ਭੇਟੇ, ਇਹ ਅੰਨ ਅਸਾਡਾ ਫਿੱਟੇ। ਪਰ ਤੂੰ ਕਹਿੰਦਾ ਮਤਾਂ ਕਿਧਰੇ ਮੇਰਾ ਅੰਨ ਭੇਟ ਨਾ ਜਾਏ, ਕੋਈ ਮੇਰੇ ਚੌਕੇ ਦੇ ਚ ਨਾ ਆਵੇ, ਮੇਰਾ ਭੋਜਨ ਬਰਸ਼ ਨਾ ਹੋ ਜਾਏ। ਪਰ ਸਾਹਿਬ ਕਹਿੰਦੇ ਤੂੰ ਅੰਦਰ ਗਿਆ ਔਰ ਤੇਰੇ ਹਿਰਦੇ ਚ ਕੂੜ ਹੈ, ਤੇ ਜੇ ਚੌਕੇ ਦੇ ਚ ਕੂੜ ਚਲਾ ਗਿਆ, ਝੂਠ ਚਲਾ ਗਿਆ, ਤਾਂ ਚੌਕਾ ਸੁੱਚਾ ਕਿਸ ਤਰ੍ਹਾਂ ਹੋਇਆ? ਚੌਕਾ ਪਾਵਨ ਕਿਸ ਤਰ੍ਹਾਂ ਹੋਇਆ? ਤਨ ਫਿੱਟੇ ਫੇੜ ਕਰੇਨ, ਮਨ ਝੂਠੇ ਚੁਲੀ ਭਰੇਨ। ਤਨ ਅਪਵਿੱਤਰ ਹੈ, ਮਲੀਨ ਹੈ, ਇਹ ਭੋਜਨ ਛਕਦਾ ਹੈ, ਤੇ ਝੂਠਾ ਮਨ ਹੈ, ਇਹ ਚੁਲੀਆਂ ਪਿਆ ਭਰਦਾ ਹੈ, ਚੁੱਲੀ ਪਿਆ ਕਰਦਾ ਹੈ, ਭਾਵ ਹੱਥ ਮੂੰਹ ਸਾਫ਼ ਪਿਆ ਕਰਦਾ ਹੈ। ਸਾਹਿਬ ਕਹਿੰਦੇ ਕਹੋ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਸੁਚ ਤੇ ਤਾਂ ਹੁੰਦੀ ਹੈ ਜੇ ਸੱਚ ਦੀ ਪ੍ਰਾਪਤੀ ਹੋਵੇ, ਤੇ ਸੱਚ ਦੀ ਪ੍ਰਾਪਤੀ ਤਾਂ ਹੁੰਦੀ ਹੈ ਜੇ ਸੱਚ ਵਿੱਚ ਧਿਆਨ ਜੋੜੀਏ। ਕਹੋ ਨਾਨਕ ਸੱਚ ਧਿਆਈਏ, ਸੁਚ ਹੋਵੇ ਤਾਂ ਸੱਚ ਪਾਈਏ। ਨਾਲ ਜੋ ਪੌੜੀ ਹੈ 16ਵੀਂ, ਉਹਦੇ ਚ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ, ਮਤਾਂ ਕਿਧਰੇ ਤੇਰੇ ਅੰਦਰ ਖਿਆਲ ਪੈਦਾ ਹੋ ਜਾਏ ਕਿ ਇਤਨਾ ਵੱਡਾ ਉਸਨੇ ਪਸਾਰਾ ਪਸਾਰਿਆ, ਇੰਨੇ ਬ੍ਰਹਿਮੰਡ,
अन्ने सूरज चंद तारे ग्रह नक्षत्र, इतने पशी ते पक्षी और सागर दरिया पहाड़, कुछ एक नूं भुल गया होवेगा, कुछ उसके चेते दे चों निकल गए होणगे। महाराज कहते ऐसी गल नहीं है। चित्ते अंदर सब को, ओदे चेते दे सब कुछ है। ऐसा नहीं कि वह किसी नूं भुल गया है। एक कीड़ी भी उसके चेते च है, एक हाथी भी उसके चेते च है, रेत का एक जर्रा भी उसके चेते च है और सूरज भी उसके चेते दे च है, एक पत्ता भी उसके चेते दे च है, एक पहाड़ भी उसके चेते च है, एक कीड़ी भी उसके चेते च है, एक मनुख भी उसके चेते च है, तो उसकी याद दे च है। सब कुछ उसके चेते दे च है। इथों ही पता चलता है कि उस परमात्मा का चेता कितना महान है, उसकी चेते शक्ति कितनी अजीम है। पर महाराज कहते निरा यही नहीं कि सब कुछ उसके चेते दे च है, बल्कि सब कुछ उसकी निगाह दे हेठ है, उसकी निगाह दे थले। चित्ते अंदर सब को वेख नदरी हेठ चलाएंदा। सब कुछ नूं अपने निगाह दे हेठ रखता है और सारा ब्रह्मंड चल रहा है उसकी निगाह दे हेठ। सारा ब्रह्मंड कार्य कर रहा है, सब कुछ उसके चेते दे, भुलिया कुछ नहीं। किसी भी मनुख नूं अपने घर का सारा साजो समान चेते च नहीं होवेगा। कुछ ऐसा होंदा है जो चेते च निकल जाता है। निक्का जिहा घर, थोड़ा जिहा साजो समान, लेकिन सब कुछ चेते दे च नहीं। इन्ने महान ब्रह्मंड और किन्ने क ने, इहदी गिणती भी नहीं। मनुख दे कोल आंकड़े ही नहीं कि आंक सके, संख्या कर सके, गिण सके। पर सब कुछ उसके चेते दे, चाहे सूक्ष्म है, चाहे अस्थूल है, चाहे तुच्छ है, चाहे महान है, चाहे कमजोर है, चाहे शक्तिशाली है, सब कुछ उसके चेते दे। चित्ते अंदर सब को वेख नदरी हेठ चलाएंदा। आपे दे वडियाइयां आपे ही कर्म कराएंदा। ऐसा बख्शिंद परिपूर्ण परमात्मा है, वो आप ही बख्शिश करके वडियाइयां दे देंदा है। वडियाई कई पक्ष दी, कई पहलुआं दी और तरह तरह दे कर्म दी प्रेरणा आप वो दे रहा है। सारियां च बैठ के वडो वडा वड मेदनी सिरे सिर धंधे लाएंदा। वडियां तो वड्डा है, महान वड्डा है, सारी सृष्टि दे रचन वाला है ते मालिक है। हर एक नूं अपने अपने धंधे ते लाया। सिरे सिर धंधे लाएंदा, तुद संसार उपाया सिरे सिर धंधे लाया। वंड दिते ने धंधे उस परिपूर्ण परमात्मा ने। कीड़ियां दे अपने धंधे, मकोड़ियां दे अपने धंधे, पशुआं दे अपने धंधे, पक्षियां दे अपने धंधे, जल जंतुआं दे अपने धंधे, थल जंतुआं दे अपने धंधे, नभ जंतुआं दे अपने धंधे। और बड़े सोहने ढंग नाल ये परिपूर्ण परमात्मा ने वंड कर दी है। धंधे का मुख मुद्दा ते यही आउंदा है, रिजक दी तलाश। तो जल जंतु भी तलाश कर रहे हैं, पंछी भी रिजक दी तलाश कर रहे हैं, पशु भी कर रहे हैं, मनुख कर रहे हैं। मुख धंधा यही है। साहिब कहते ने तू तमाम जीवां नूं साज के अपने चेते च रखिया है और तुम आप ही तरह तरह दियां वडियाइयां दित्तियां ने, बख्शिश करके तरह तरह दे जो है कर्म उन्हां तो करा रहे हैं। बहुत तो वड्डा है, महान है, सृष्टि दे रचनहार हैं ते सारे जीवां नूं तू सृष्टि दे च अपने अपने धंधे ते लाया होया है। नदर उपट्ठी जे करे सुल्ताना घाव कराएंदा। ए प्रभु ऐसा भी देखे किसी दे उत्ते तो पुट्ठी नजर कर देवें, थोड़ी जिहा नजर दी पलक चुकें ते बड़े बड़े सुल्ताना नूं घाइया बना देना है, घास खोदण वाला। महान नूं तुच्छ कर देना है।
गुरु तेग बहादुर साहब जी महाराज का फरमान, रीते भरे भरे सख नावे ये तां को व्यवहारे। हे प्रभु, तेरा व्यवहार मैं अजीब देख रहा। तेरा भी एक धंधा खालियां नू भरी जा रहे हैं और भरे आया नू खाली कर जा रहे हैं। भिखारी नू किधरे तू सम्राट बना देना है और सम्राट नू किधरे भिखारी बना देना है। इस वास्ते साहिब श्री गुरु नानक देव जी महाराज कहते ने, जे किधरे तेरी थोड़ी जिहा नजर पुठी हो जाए तां बड़े बड़े सुल्तान घाईए होंदे देखे ने घास वर्गे हो जाते ने। वाह, उन्हां दी सारी औकात खत्म हो जाती है। और इस हद तक कि दर मंगन बिख ना पाएंदा। भिखारी बन के जे किसी द्वार ते जाके भिक्षा भी मंगदा है तो हुण बिख दी भी प्राप्ति नहीं आउंदी। असीं देखदे हां कि संसार विच ऐसा होया है, कल जो महान सन अज तुच्छ हो गए। ये नियम सिर्फ मनुखां ते ही लागू नहीं, सब कुछ ते लागू है। क्योंकि हर चीज वधदी है ते वधण तो बाद घाटे की तरफ आउंदी है। और जैसे घटना आरंभ होंदा है उसका फिर तुच्छ होना आरंभ हो जाता है। एक शिखर ते पहुंच के पहाड़ भी घटते ने, सूरज चंद तारे भी घटते ने। घटंत दीपं घटंत रूपं घटंत रवसस निखत्र गगनं। तो सब कुछ घटता है और घटद्या घटद्या एक दिन मिट जाता है। कोई सुल्तान सिंहासन ते बैठ के ये तकब्बुर करे, ये गरूर करे कि बाकी सब थल्ले ने, मैं सिंहासन ते। और ये अहंकार इतना प्रबल होवे क्योंकि सता करके ये अहंकार हो जाता है। हरनाकश ने कह दिता सी, कोई निरंकार नहीं, अगर है तो वह भी मेरे थल्ले है, मैं सिंहासन ते हां, मैं ऊपर हां। इस तरह फरौन ने कह दिता सी, कंस ने कह दिता सी, मैं ही महान हां और मैं ही सब कुछ हां। सता ऐसा सोचण ते मजबूर कर देंदी है। अगर कोई सुल्तान जो सिंहासन ते बैठा है और आखे सब छोटे ने, सब तुच्छ ने, मैं ही महान हां, मैं ही वड्डा हां, तो महाराज कहने नदर उपट्ठी जे करे सुल्ताना घाव कराएंदा। ऐ सुल्तान, जे थोड़ी जी उसकी निगाह फिर जाए, पुठी हो जाए, तो बड़े बड़े सुल्ताना नू घास वर्गा होंदा देखे। और फिर हालत ऐसी बनती है कि दर मंगन बिख ना पाएंदा। द्वार द्वार ते जावे, भिक्षा मंगे ते कोई इसकी झोली दे बिख भी पाण नू जो है तैयार नहीं आउंदा। कल दे सम्राट भिखारी बने हुए इतिहास दे असीं देखते हैं और अज दे भिखारी असी सम्राट भी बने हुए जो है देखते हैं। प्रभु दी ए अगम्मी लीला, ए उसदे अगम्मी कौतक साहिब श्री गुरु नानक देव जी महाराज इस पौड़ी दे मूल गल ए दसदे पए ने कि सब कुछ उसदे चेते दे च है। आपे जीवां नूं वडियाईयां देंदा है, कर्म दी प्रेरणा देंदा है, सृष्टि दा मालिक है, सिरे सिर जीवां नूं धंधे लाया होया है। और कोई अगर उच्चे रुतबे ते पहुंच गया है, वडियाईयां उसनूं प्राप्त हो गई ने, ते अगर वह हंकारी हो जाए तो निगाह उसकी पुठी भी हो जाती है और वह भिखारी हो सकता है। श्लोकां दे मूल भाव ओही सुच्चा है जिहदे अंदर सच है। फोकट कर्म करे लेकिन हिरदे दे सच नहीं तो वह कतई सुच्चा नहीं। साच बिना कै सूचा होई, कहो नानक सच ध्याइए। सुच होवे तां सच पाइए। जे सच की प्राप्ति होवे तां ही जो है सुच्चा है। और जो सुच्चा है उसनों इस करते पुरख की लीला का पता चल जाता है कि सब कुछ उस परमात्मा के चेते दे है, सब कुछ उसकी निगाह दे हेठ।